सतनाम श्री वाहिगुरु साहिब जीओ। प्यारे साध संगत जी, गुरु महाराज की कृपा सदका कल रोज़ हम उमरी बालकां नाल अपनियां खेडदे सन। महाराज धन धन गुरु नानक साहिब जी ते अपनी चीज़ां वस्तुआं भी उन्होंने वंड दिंदे सन, जिहदे करके बहता कालू जी नाराज़ भी कई बारी हुंदे सन। सो प्यारी साध संगत च हुण बाबा कालू जी ने आप जी नूं चुस्त ते उदार वेख के पाधे पासों चंगा दिन वार पुछ के नवे कपड़े पवा के ਅਤੇ ਪਾਂਧੇ ਵਾਸਤੇ जोग भेटा कुछ मिष्ठान नगदी लैके पाठशाला लै गए गुरु साहब नूं। गोपाल पाधे ने चंगी तरह प्रेम प्यार नाल हिंदी हिसाब पढ़ाउण दी पक्की करके ਮਹਿਤਾ जी दे घर नूं आ गए। ਮਹਿਤਾ जी घर नूं आ गए। पंथ दा गुरु जी नूं अपने हाकम राए बुलार दे पटवारी कालू चंद जी दा पुत्तर समझ के ना बड़े उत्साह ते प्रेम नाल पढ़ाउंदा सी। पाधा बड़ी मेहनत करदा सी गुरु साहब नूं पढ़ाउण वास्ते, क्योंकि पटवारी सन, राए बुलार दे पटवारी सन। ਉਹਦਾ ਸਾਰਾ ਜ਼ਮੀਨਾਂ ਜਰਾਦਾਤਾਂ ਦੇ ਸਾਰੇ ਕਾਰਜ ਮਹਿਤਾ ਕਾਲੂ ਜੀ ਕਰਦੇ ਸਨ। ਉਹਨਾਂ ਦਾ ਪੁੱਤਰ ਸਮਝ ਕੇ ਬੜੇ ਪ੍ਰੇਮ ਨਾਲ ਪੜ੍ਹਾਉਂਦਾ ਸੀ। ਕੁਝ ਦਿਨ ਦੀ ਪੜ੍ਹਾਈ ਉਪਰੰਤ ਹੀ ਪਾਂਧਾ ਆਪ ਜੀ ਦੀ ਯਾਦ ਸ਼ਕਤੀ ਨੂੰ ਵੇਖ ਕੇ ਆਪ ਜੀ ਨੂੰ ਇੱਕ ਹੋਣਹਾਰ ਬਾਲਕ ਸਮਝ ਕੇ ਬੜੀ ਸ਼ਲਾਘਾ ਕਰਦਾ ਹੈ ਅਤੇ ਮਹਿਤਾ ਕਾਲੂ ਜੀ ਨੂੰ एक होनहार बालक समझ के बड़ी शलाघा करता है गुरु नानक साहिब की। उन्होंने पिता पास मਹਿਤਾ कालू जी पास बड़ी उपमा करता है कि आप जी का ये बालक बड़ा सियाणा है, होनहार है। एक दिन गुरु जी ने पाधे नूं कहा, पांधा जी ये बंधन रूप लेखा हुण मैं नहीं पढ़ना। गुरु नानक साहब कहते पाधे नूं भी ये जिहड़ी हुण तूं पढ़ाई कराना ना, ये मैं नहीं पढ़नी। मैनूं तुसीं वो लेखा पढ़ाओ जिहड़ा अंत नूं जमा दे बंधनां तों छुड़ावे। वो लेखा जोखा मैनूं दसो, ये जन्म सफल हो जाए तो मैं बंधनां तो छुट जावां। वो जिहड़ी वो पढ़ाई मैनूं कराओ, वो कुछ मैं पढ़ना चाहुंदा। पाधे ने कहा, भला वो लेखा किहड़ा है? तद गुरु जी बोले, गुरु साहब कहते ने श्री राग की बाणी विच लिखते हैं, महला पहला, श्री राग महला पहला वे, जल में मोह कस मुस्कर मत कागद कर सार, पौ कलम कर चित लेखारी, गुर पुछ लिख विचार, लिख नाम सलाह लिख लेख अंत न पारावार। बाबा यह लेखा लिख जान, जिथे लेखा मंगिए तिथे होए सच निशान। पाधे नूं कहंदे, पाधा जी इदां दा लेखा जोखा सानूं पढ़ाओ। गुरु जी दे विचार सुन के समझ के पाधे ने कहा, मैं कुछ तुहाडे विचार जो कुछ तुहाडे विचार हन ये ठीक हन, पर जिहड़े नाम जपण वाले ਹਨ ਉਹਨਾਂ ਨੂੰ
ਵੀ ਗਰੀਬੀ ਦਿਸ਼ਾ ਵਿੱਚ ਵੇਖਿਆ ਜਾਂਦਾ ਹੈ। ਫਿਰ ਮਰਨਾ ਵੀ ਸਭ ਇਕਸਾਰ ਹੀ ਹੁੰਦਾ ਹੈ। ਇਹ ਗੱਲਾਂ ਨੂੰ ਵੇਖ ਕੇ ਮੇਰੇ ਮਨ ਵਿੱਚ ਨਾਮ ਸਿਮਰਨ ਦੀ ਵਿਸ਼ੇਸ਼ ਮਹੱਤਤਾ ਨਹੀਂ ਹੈ। ਪਾਂਧੇ ਦੇ ਇਹਨਾਂ ਵਿਚਾਰਾਂ ਦਾ ਉੱਤਰ ਗੁਰੂ ਜੀ ਨੇ ਦਿੱਤਾ ਇਸ ਸ਼ਬਦ ਵਿੱਚ। ਦੂਸਰੇ ਪਦ ਦੁਆਰਾ ਉਚਾਰਨ ਕੀਤਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ, ਜਿੱਥੇ ਮਿਲੈ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, ਤਿੰਨ ਮੁਖ ਟਿੱਕੇ ਨਿਕਲੈ ਜਿਨ ਮਨ ਸਾਚਾ ਨਾਉ। ਤਿੰਨ ਮੁਖ ਟਿਕੈ ਨਿਕਲੈ ਜਿਨ ਮਨ ਸੱਚਾ ਨਾਉ। ਕਰਮ ਮਿਲੈ ਤਾਂ ਪਾਈਐ ਨਾਹੀ ਗਦੀ ਵਾਉ ਦੁਆਉ। ਪਾਂਧਾ ਜੀ, ਗਿਆਨੀ ਅਤੇ ਗਿਆਨੀ ਦੇ ਮਰਨ ਵਿੱਚ ਭੇਦ ਹੈ। ਗਿਆਨੀ ਅਤੇ ਅਗਿਆਨੀ, ਇਹਨਾਂ ਦੇ ਵਿੱਚ ਬਹੁਤ ਭੇਦ ਹੈ ਮਰਨ ਵਿੱਚ। ਜੈਸਾ ਕਿ ਅਗਿਆਨੀ ਪੁਰਸ਼ ਅੰਤ ਨੂੰ ਸ਼ੋਕ ਅਤੇ ਚਿੰਤਾ ਨਾਲ ਕਈ ਪ੍ਰਕਾਰ ਦੀਆਂ ਵਾਸ਼ਨਾਵਾਂ ਲੈ ਕੇ ਮਰਦਾ ਹੈ, ਜਿੱਦਾਂ ਧੀਆਂ ਪੁੱਤਰਾਂ ਦੀ, ਜ਼ਮੀਨ ਜਾਇਦਾਦ ਦੀ, ਇਸਤਰੀ ਦੀ, ਹੋਰ ਬਹੁਤ ਇੱਛਾਵਾਂ ਉਹਦੀਆਂ ਹੁੰਦੀਆਂ ਹਨ ਜਿਹੜੀਆਂ ਲੈ ਕੇ ਮਰਦਾ ਹੈ। ਉਹ ਸਾਹਿਬ ਫਰਮਾਉਂਦੇ ਨੇ, ਅਗਿਆਨੀ ਪੁਰਸ਼ ਦੀ ਗੱਲ ਦੱਸਦੇ ਨੇ, ਵਾਸ਼ਨਾਵਾਂ ਲੈ ਕੇ ਮਰਦੇ ਹਨ ਇਹ। ਪਰ ਨਾਮ ਜਪਣ ਵਾਲੇ ਗਿਆਨੀ ਲੋਕ ਪਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਵੇਖਦੇ ਹਨ ਅਤੇ ਜਮਾਂ ਤੋਂ ਨਿਰਭੈ ਹੋ ਕੇ ਸਰੀਰ ਤਿਆਗਦੇ ਹਨ। ਜਮਾਂ ਤੋਂ ਡਰਦੇ ਨਹੀਂ ਹਨ। ਅਗਿਆਨੀ ਜਮਾਂ ਦੇ ਡਰਦਾ ਹੈ। ਜਿਹੜਾ ਗਿਆਨੀ ਹੈ ਉਹ ਜਮਾਂ ਦੀ ਮਾਰ ਤੋਂ ਡਰਦਾ ਨਹੀਂ ਹੈ, ਕਿਉਂਕਿ ਜਮਾਂ ਸੁਣ ਕੇ ਜੰਮ ਕੇ ਦੂਤ ਨਾ ਹੀ ਤੇਰੇ ਛੱਡ ਜਾਏ। ਉਹਦੇ ਨਾਮ ਦੇ ਕੋਲ ਜਮਦੂਤਾਂ ਦਾ ਕੀ ਕੰਮ ਹੈ? ਉੱਥੇ ਤੇ ਪਰਮੇਸ਼ਰ ਦੇ ਸੇਵਕ ਆਉਂਦੇ ਹਨ ਲੈਣ ਵਾਸਤੇ ਆਪਣੇ ਨਾਮ ਜਪਣ ਵਾਲਿਆਂ ਨੂੰ, ਬੰਦਗੀ ਕਰਨ ਵਾਲਿਆਂ ਨੂੰ। ਫਿਰ ਪਾਂਧੇ ਨੇ ਕਿਹਾ, ਹੈਰਾਨ ਹੋ ਕੇ ਪੁੱਛਿਆ, ਮਹਾਰਾਜ, ਜਿਹੜੇ ਪੁਰਸ਼ ਸਾਰੀ ਉਮਰ ਰੰਗ ਤਮਾਸ਼ਿਆਂ ਵਿੱਚ ਹੀ ਬਤੀਤ ਕਰ ਦਿੰਦੇ ਹਨ, ਕਦੀ ਨਾਮ ਸਿਮਰਨ ਨਹੀਂ ਕਰਦੇ, ਉਹਨਾਂ ਦਾ ਅੰਤ ਨੂੰ ਕੀ ਹਾਲ ਹੁੰਦਾ ਹੈ? ਸਾਹਿਬ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਸ਼ਬਦ ਉਚਾਰਨ ਕਰਦੇ ਨੇ ਇੱਥੇ, ਕਹਿੰਦੇ, ਇੱਕ ਆਵੈ ਇੱਕ ਜਾਹੇ, ਉੱਠ ਰਖੀਏ ਨਾਮ ਸਲਾਰ। ਇੱਕ ਆਵੇ ਇੱਕ ਜਾਹੇ, ਉੱਠ ਰਖੀਏ ਨਾਮ ਸਲਾਰ। ਇੱਕ ਉਪਾਏ ਮੰਗਤੇ, ਇੱਕ ਨਾ ਵੱਡੇ ਦਰਬਾਰ। ਅੱਗੇ ਗਿਆ ਜਾਣੀਏ, ਵਿਣ ਨਾਵੇਂ ਬੇਕਾਰ। ਤਦ ਪਾਂਧੇ ਨੇ ਆਖਿਆ, ਮਹਾਰਾਜ, ਜਿਹੜੇ ਪੁਰਸ਼ ਕਦੀ ਭੁੱਲ ਕੇ ਵੀ ਨਾਮ ਨਹੀਂ ਜਪਦੇ, ਉਹਨਾਂ ਨੂੰ ਮਾਲਕ ਡਰ ਕਿਉਂ ਨਹੀਂ ਦਿੰਦਾ ਕਿ ਉਹ ਨਾਮ ਜਪਣ? ਉਹਨਾਂ ਨੂੰ ਮਾਲਕ ਕਿਉਂ ਨਹੀਂ ਡਰਾਉਂਦਾ ਜਿਸ ਕਰਕੇ ਉਹ ਨਾਮ ਜਪਣ? ਗੁਰੂ ਜੀ ਫਿਰ ਬੋਲੇ, ਪੈ ਤੇਰੇ ਡਰ ਅਗਲਾ, ਖੱਪ ਖੱਪ ਮੋਏ, ਖੱਪ ਖੱਪ ਖੀਜੇ ਦੇ। ਪੈ ਤੇਰੇ ਡਰ ਅਗਲਾ, ਖੱਪ ਖੱਪ ਛਿਜੈ ਦੇ। ਨਾਮ ਜਿਨਾ ਸੁਲਤਾਨ ਖਾਨ, ਹੁੰਦੇ ਡਿਠੇ ਖੇ। ਨਾਨਕ ਉੱਠੀ ਚੱਲਿਆ, ਸਭ ਕੂੜੇ ਟੁੱਟੇ ਨੇ।
ਗੁਰੂ ਜੀ ਦੇ ਬਚਨ ਸੁਣ ਕੇ ਪਾਂਧੇ ਨੇ ਹੱਥ ਜੋੜ ਕੇ ਆਪ ਜੀ ਤੋਂ ਖਿਮਾ ਮੰਗੀ, ਮਾਫੀ ਮੰਗੀ ਕਿ ਜੇਕਰ ਅਣਜਾਣ ਪੁਣੇ ਵਿੱਚ ਕੋਈ ਅਯੋਗ ਗੱਲ ਉਸ ਪਾਸੋਂ ਹੋ ਗਈ ਹੋਵੇ ਤਾਂ ਉਸ ਨੂੰ ਬਖਸ਼ ਦੇਣਾ। ਇਹ ਪੰਡਿਤ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਆਖਿਆ ਕਿ ਮੈਥੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ, ਆਪ ਜੀ ਨਾਲ ਵਿਚਾਰ ਵਟਾਂਦਰਾ ਕਰਦਿਆਂ ਮੈਨੂੰ ਮਾਫ਼ ਕਰ ਦਿਆ ਜੇ। ਅਤੇ ਇਸ ਤਰ੍ਹਾਂ ਫਿਰ ਗੋਪਾਲ ਪੰਡਿਤ ਪਾਸੋਂ ਲੇਖੇ ਪੱਤੇ ਦੀ ਪੜ੍ਹਾਈ ਬੰਦ ਕਰਕੇ ਜਦ ਗੁਰੂ ਜੀ ਨੂੰ ਕੁਝ ਮਹੀਨੇ ਬੀਤ ਗਏ ਤਾਂ ਮਹਿਤਾ ਕਾਲੂ ਜੀ ਆਪ ਜੀ ਨੂੰ ਫਾਰਸੀ ਪੜ੍ਹਨ ਵਾਸਤੇ ਮੁੱਲਾ ਕੁਤਬਦੀਨ ਪਾਸ ਲੈ ਗਏ। ਕੁਝ ਮਿਸ਼ਠਾਨ, ਕੁਝ ਨਗਦੀ ਜੋ ਭੇਟਾ ਬਣਦੀ ਸੀ ਦੇ ਕੇ ਆਖਿਆ ਕਿ ਇਸ ਨੂੰ ਪਿਆਰ ਨਾਲ ਪੜ੍ਹਾਉਣਾ, ਇਹ ਕੁਝ ਪਿਆਰ ਨਾਲ ਹੀ ਪੜ੍ਹਦਾ ਹੈ। ਜਦ ਇਸ ਤਰ੍ਹਾਂ ਕੁਝ ਸਮਾਂ ਮੁੱਲਾ ਪਾਸ ਪੜ੍ਹਦਿਆਂ ਨੂੰ ਬੀਤ ਗਿਆ ਨਾ ਪਿਆਰੀ ਸਾਧ ਸੰਗਤ, ਇੱਕ ਦਿਨ ਗੁਰੂ ਜੀ ਪਿੰਡ ਤੋਂ ਬਾਹਰ ਇੱਕ ਬ੍ਰਿਛ ਹੇਠਾਂ ਚਾਦਰ ਤਾਣ ਕੇ ਚੁੱਪ-ਚਾਪ ਲੰਮੇ ਪੈ ਗਏ। ਉਪਰੰਤ ਜਦ ਰੋਜ਼ ਹੀ ਇਸ ਤਰ੍ਹਾਂ ਗੁਰੂ ਜੀ ਕਰਨ ਲੱਗੇ ਤਾਂ ਮਹਿਤਾ ਕਾਲੂ ਚੰਦ ਜੀ ਨੇ ਕਿਹਾ, ਇਹ ਸਮਝ ਗਏ, ਸਮਝ ਕੇ ਇਸ ਨੂੰ ਕਿਸੇ ਭੂਤ ਪ੍ਰੇਤ ਦਾ ਸਾਇਆ ਹੈ। ਮੁੱਲਾ ਨੂੰ ਕਿਹਾ ਕਿ ਨਾਨਕ ਨੂੰ ਚੱਲ ਕੇ ਵੇਖੋ, ਉਸ ਨੂੰ ਕੋਈ ਸਾਇਆ ਪੈ ਗਿਆ ਜਪਦਾ। ਤਦ ਮੁੱਲਾ ਨੇ ਗੁਰੂ ਜੀ ਪਾਸ ਬੈਠ ਕੇ ਦੁਆ ਕੀਤੀ ਕਿ ਹੇ ਨੇਕ ਬਾਲਕੇ ਤੇਰੇ ਉੱਤੇ ਪਰਵਦਗਾਰ ਦੀ ਮਿਹਰ ਹੋਵੇ, ਤੂੰ ਮੈਨੂੰ ਦੱਸ ਕਿ ਤੇਰੇ ਇਸ ਤਰ੍ਹਾਂ ਚੁੱਪ ਰਹਿਣ ਦਾ ਅਤੇ ਲੰਮੇ ਪਏ ਰਹਿਣ ਦਾ ਕੀ ਕਾਰਨ ਹੈ। ਇਹ ਮੁੱਲਾ ਜੀ ਕਹਿੰਦੇ ਮੈਨੂੰ ਦੱਸ, ਖੁਦਾ ਦੇ ਵਾਸਤੇ ਆਪਣੀ ਅੰਦਰਲੀ ਗੱਲ ਦੱਸੋ। ਤਦ ਗੁਰੂ ਜੀ ਉੱਠ ਕੇ ਬੈਠ ਗਏ ਅਤੇ ਕਹਿਣ ਲੱਗੇ, ਇਹ ਬਚਨ ਤਲੰਗ ਰਾਗ ਵਿੱਚ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ, ਆਓ ਸਰਵਣ ਕਰਦੇ ਹਾਂ। ਦੁਨੀਆ ਮਕਾਮੇ ਫਾਨੀ ਤਹਿਕੀਕ ਦਿਲ ਦਾਨੀ। ਇਹ ਤਲੰਗ ਰਾਗ ਵਿੱਚ ਹੈ, ਮਹਾਰਾਜ ਜੀ ਦੇ ਬਚਨ ਹਨ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ। ਮਮ ਸਰ ਮੋਈ ਅਜਰਾਇਲ ਗਿਰਫਤੇ ਦਿਲ ਹੇਜ ਦਾ ਦਾਨੀ ਰਹਾ। ਹੇ ਮੁੱਲਾ ਜੀ, ਮੈਨੂੰ ਇਹ ਦੁਨੀਆ ਨਾਸਵੰਤ ਜਾਣ ਕੇ ਸਦਾ ਮੌਤ ਦਾ ਡਰ ਲੱਗਾ ਰਹਿੰਦਾ। ਇਸ ਕਰਕੇ ਮੇਰੀ ਇਹ ਦਿਸ਼ਾ ਹੈ। ਮੁੱਲਾ ਨੇ ਕਿਹਾ, ਅਜੇ ਤਾਂ ਆਪ ਬੱਚੇ ਹੋ, ਤੁਹਾਨੂੰ ਇਹ ਗੱਲਾਂ ਨਹੀਂ ਸੋਚਣੀਆਂ ਚਾਹੀਦੀਆਂ। ਜਵਾਨ ਹੋ ਕੇ ਇਸਤਰੀ ਪੁੱਤਰਾਂ ਦੇ ਸੁੱਖ ਭੋਗੋ ਅਤੇ ਦੁਨੀਆ ਦੇ ਰੰਗ ਮਾਣੋ। ਗੁਰੂ ਜੀ ਨੇ ਕਿਹਾ, ਮੁੱਲਾ ਜੀ, ਮੌਤ ਦਾ ਕੁਝ ਪਤਾ ਨਹੀਂ, ਕਿਸ ਸਮੇਂ ਆ ਜਾਵੇ। ਇਸ ਵਾਸਤੇ ਮਨ ਨੂੰ ਵਿਕਾਰਾਂ ਵੱਲੋਂ ਮੋੜ ਕੇ ਪਰਮੇਸ਼ਰ ਅੱਗੇ ਸਦਾ ਹੀ ਬੇਨਤੀ ਕਰਦੇ ਰਹਿਣਾ ਚਾਹੀਦਾ ਹੈ। ਸਾਹਿਬ ਫਰਮਾਉਂਦੇ ਨੇ, ਯਕ ਅਰਜ ਗੁਫਤਮ ਪੇਸ ਤੋਂ ਦਰਗੋਸ਼ ਕੁਨ ਕਰਤਾਰ, ਹਕਾ ਕਰੀਬ ਕਰੀਮ ਤੂੰ ਬੇਐਬ ਪਰਵਦਿਗਾਰ। ਗੁਰੂ ਸਾਹਿਬ ਜੀ ਨੇ ਫਰਮਾਨ ਕੀਤਾ। ਮੁੱਲਾ ਨੇ ਕਿਹਾ, ਤੁਹਾਡੀ ਇਹ ਗੱਲ ਸੱਚੀ ਹੈ ਕਿ ਮਨ ਨੂੰ ਸਦਾ ਪ੍ਰਭੂ ਸਿਮਰਨ ਵਿੱਚ ਲਾਈ ਰੱਖਣਾ ਚਾਹੀਦਾ ਹੈ। ਇਹ ਸਾਹਿਬ ਦਾ ਉਪਦੇਸ਼ ਹੈ ਪਿਆਰੀ ਸਾਧ ਸੰਗਤ ਜੀ, ਸਾਡੇ ਵਾਸਤੇ ਵੀ ਹੈ।
ਮੁੱਲਾਂ ਨਾਲ ਤਾਂ ਉਹਨਾਂ ਨੇ ਵਿਚਾਰ ਕੀਤੀ ਹੈ। ਇਹ ਸਾਡੇ ਵਾਸਤੇ ਉਪਦੇਸ਼ ਇਹ ਹੈ ਕਿ ਅਸੀਂ ਹਮੇਸ਼ਾ ਪ੍ਰਭੂ ਸਿਮਰਨ ਵਿੱਚ ਰਹੀਏ, ਪ੍ਰਭੂ ਦੀਆਂ ਗੱਲਾਂ ਸੁਣੀਏ, ਬਾਣੀ ਸੁਣੀਏ, ਕਥਾ ਸੁਣੀਏ, ਆਪਣੇ ਜੀਵਨ ਨੂੰ ਉੱਚਾ ਸੁੱਚਾ ਬਣਾਈਏ। ਇਹ ਗੁਰੂ ਨਾਨਕ ਸਾਹਿਬ ਜੀ ਸਾਨੂੰ ਹਮੇਸ਼ਾ ਵਾਸਤੇ ਇਹ ਉਪਦੇਸ਼ ਕਰਕੇ ਗਏ ਹਨ। ਸਦਾ ਪ੍ਰਭੂ ਦੇ ਸਿਮਰਨ ਵਿੱਚ ਲਾਈ ਰੱਖਣਾ ਚਾਹੀਦਾ ਆਪਣੇ ਆਪ ਨੂੰ। ਪਰ ਫਿਰ ਵੀ ਕਿਉਂਕਿ ਤੁਹਾਡੇ ਮਾਤਾ ਪਿਤਾ ਅਤੇ ਸੰਬੰਧੀ ਤੁਹਾਡੀ ਇਸ ਦਿਸ਼ਾ 'ਤੇ ਦਲਗੀਰ ਹਨ, ਤੁਸੀਂ ਉੱਠ ਕੇ ਇਹਨਾਂ ਨਾਲ ਘਰ ਜਾਓ ਅਤੇ ਹੱਸ ਖੇਡ ਕੇ ਘਰ ਦਾ ਕਾਰ ਵਿਹਾਰ ਕਰਕੇ ਸਭ ਨੂੰ ਪ੍ਰਸੰਨ ਰੱਖੋ। ਇਸ ਪਰ ਗੁਰੂ ਸਾਹਿਬ ਜੀ ਬੋਲੇ, ਗੁਰੂ ਨਾਨਕ ਸਾਹਿਬ ਬੋਲਦੇ ਨੇ, ਜਨ ਪਸਰ ਪਦਰ ਬਿਰਦਾਰਾ, ਜਨ ਪਿਸਰ ਪਦਰ ਬਿਰਾਦਰਾ, ਕਸ ਨੇਸ ਦਸ ਗਰ। ਸਾਹਿਬ ਫਰਮਾਉਂਦੇ ਨੇ, ਭੁੱਲਾਂ ਚੁੱਕਾਂ ਦੀ ਮਾਫੀ ਦੇਣਾ ਸਾਧ ਸੰਗਤ। ਸਾਹਿਬ ਕਹਿੰਦੇ ਨੇ, ਜਨ ਪਿਸਰ ਪਦਰ ਬਿਰਾਦਰਾ, ਕਸ ਨੇਸ ਦਸ ਔਗੀਰ। ਆਖਰ ਵਿਅਫਤਮ ਕਸ ਨਾ ਦਾਰਦ ਚੂੰ ਸ਼ਬਦ ਤਕਬੀਰ। ਮੁੱਲਾ ਜੀ, ਕਿਸੇ ਵੀ ਇਸਤਰੀ ਪੁੱਤਰ ਸੰਬੰਧੀ ਨੇ ਅੰਤ ਨੂੰ ਬਾਂਹ ਨਹੀਂ ਫੜਨੀ। ਇਹ ਸ਼ਬਦ ਦਾ ਮਤਲਬ ਹੈ ਪਿਆਰੀ ਸਾਧ ਸੰਗਤ ਜੀ, ਸਾਹਿਬ ਕਹਿੰਦੇ ਨੇ ਅੰਤ ਸਮੇਂ ਕਿਸੇ ਇਸਤਰੀ ਜਾਂ ਪੁੱਤਰ ਜਾਂ ਸਾਕ ਸੰਬੰਧੀਆਂ ਨੇ ਸਾਡੀ ਬਾਂਹ ਨਹੀਂ ਫੜਨੀ। ਇਸ ਕਰਕੇ ਜਿਹੜਾ ਅਸੀਂ ਵੀ ਪਿਆਰੀ ਸਾਧ ਸੰਗਤ ਪੁੱਤਰਾਂ ਧੀਆਂ ਵਿੱਚ ਚਾਹੀਦੇ ਜ਼ਰੂਰ ਹਨ, ਇਹਨਾਂ ਦੇ ਨਾਲ ਹੀ ਸੰਸਾਰ ਘਰ ਚੱਲਦੇ ਹਨ, ਪਰ ਮਹਾਰਾਜ ਕਹਿੰਦੇ ਇਹਨਾਂ ਨੇ ਬਾਂਹ ਨਹੀਂ ਫੜਨੀ ਸਾਡੀ ਅੰਤ ਸਮੇਂ। ਅਤੇ ਫਿਰ ਇਸ ਕਰਕੇ ਇਹਨਾਂ ਵਾਸਤੇ ਪਰਮਾਤਮਾ ਨੂੰ ਨਹੀਂ ਵਿਸਾਰਨਾ, ਪਰਮਾਤਮਾ ਨੂੰ ਅਸੀਂ ਹਮੇਸ਼ਾ ਯਾਦ ਰੱਖਣਾ, ਇਹਨਾਂ ਨੂੰ ਪਾਲਣਾ ਵੀ ਹੈ, ਪਰੋਸਣਾ ਵੀ, ਸਭ ਕੰਮ ਕਰਨੇ ਹਨ ਪਿਆਰੀ ਸਾਧ ਸੰਗਤ ਜੀ। ਲੇਕਿਨ ਗੁਰੂ ਨਾਨਕ ਸਾਹਿਬ ਦੇ ਹੁਕਮਾਂ ਦੇ ਨਾਲ ਅਸੀਂ ਇਹ ਜੀਵਨ ਵਿੱਚ ਨਾਮ ਵੀ ਜ਼ਰੂਰੀ ਜਪਣਾ, ਬੰਦਗੀ ਜ਼ਰੂਰੀ ਹੈ। ਇਹਨਾਂ ਦੇ ਨਾਲ ਇਹਨਾਂ ਨਹੀਂ ਜੁੜਨਾ ਕਿ ਪਰਮਾਤਮਾ ਭੁੱਲ ਜਾਏ। ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ, ਵਿਸਾਰਨਾ ਨਹੀਂ ਹੈ। ਸਾਹਿਬ ਕਹਿੰਦੇ ਨੇ, ਇਹ ਗੱਲਾਂ ਸੁਣ ਕੇ ਮੁੱਲਾਂ ਨੇ ਗੁਰੂ ਜੀ ਨੂੰ ਬਹੁਤ ਸ਼ਲਾਘਾ ਕੀਤੀ ਗੁਰੂ ਸਾਹਿਬ ਦੀ, ਕਿ ਆਪ ਇਸ ਛੋਟੀ ਅਵਸਥਾ ਵਿੱਚ ਹੀ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਗਏ ਹੋ। ਤਦ ਗੁਰੂ ਜੀ ਨੇ ਸ਼ਬਦ ਦਾ ਤੀਸਰਾ ਪਦ ਉਚਾਰਨ ਕੀਤਾ, ਸਭ ਰੋਜ਼ ਗਸਤਮ ਦਰ ਹਵਾ, ਕਰ ਦੇਮ ਬਦੀ ਖਿਆਲ, ਗਾਹੇ ਨਨੇਕੀ ਕਾਰ ਕਰਦਮ, ਮਮਈ ਚਿੰਨੀ ਅਹਵਾਲ। ਕਹਿੰਦੇ ਇਹਦਾ ਮਤਲਬ ਹੈ ਪਿਆਰੀ ਸਾਧ ਸੰਗਤ, ਪੁਰਸ਼ ਰਾਤ ਦਿਨੇ ਬੁਰੇ ਵਿਚਾਰ ਵਿੱਚ ਭੌਂਦਾ ਫਿਰਦਾ ਹੈ, ਨੇਕੀ ਦਾ ਕੰਮ ਕਰਦਾ ਵੀ, ਨੇਕੀ ਦਾ ਕੰਮ ਕਦੀ ਵੀ ਨਹੀਂ ਕਰਦਾ। ਮੇਰਾ ਵੀ ਇਹੀ ਹਾਲ ਹੈ, ਮੇਰੀ ਸ਼ਲਾਘਾ ਕਿਉਂ ਕਰਦੇ ਹੋ? ਮੁੱਲਾ ਨੇ ਕਿਹਾ, ਮਹਾਰਾਜ ਤੁਹਾਡੀ ਜਿਨ੍ਹਾਂ ਦਾ ਮਨ ਸਦਾ ਹੀ ਪ੍ਰਭੂ ਦੇ ਰੰਗ ਵਿੱਚ ਰੰਗਿਆ ਹੈ, ਬਰਾਬਰੀ ਹੋਰ ਕੋਈ ਨਹੀਂ ਕਰ ਸਕਦਾ। ਤਦ ਗੁਰੂ ਜੀ ਨੇ ਕਿਹਾ, ਬਦਬਖਤ ਹਮ ਚੋਂ ਬਖੀਲਾ, ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ, ਤੇਰੇ ਚਾਕਰਾ ਪਾਛਾ ਖਾਕ। ਇਹਦਾ ਮਤਲਬ, ਮੈਂ ਮੰਦਭਾਗੀ, ਈਰਖਾਵਾਦੀ, ਭੁੱਲੜ ਹਾਂ, ਜੋ ਪਰਮੇਸ਼ਰ ਵੱਲੋਂ ਨਿਰਭੈ ਹੋ ਕੇ ਨੇਕੀ ਬਦੀ ਦਾ ਖਿਆਲ ਨਹੀਂ ਕਰਦਾ। ਮੈਂ ਉਸ ਪ੍ਰਭੂ ਦਾ ਦਾਸ ਹਾਂ ਅਤੇ ਉਸ ਦੇ ਦਾਸਾਂ ਦੀ ਚਰਨ ਧੂੜੀ ਚਾਹੁੰਦਾ ਹਾਂ। ਗੁਰੂ ਜੀ ਦੇ ਇਹ ਉਪਦੇਸ਼ਮਈ ਬਚਨ ਸੁਣ ਕੇ ਮੁੱਲਾ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਆਪਣੇ ਵੱਧ ਘੱਟ ਬੋਲਣ ਦੀ ਖਿਮਾ ਮੰਗੀ।